खबरसर प्रोग्राम देख रहे दर्शकों का स्वागत। मैं हाँ कमलजीत सिद्धू ते तुसीं देख रहे हो वन वे टीवी। खेती विच छिड़कियां जांदियां ਜ਼ਹਿਰਾਂ ਦਾ ਰੌਲਾ ਤਾਂ हरी क्रांति तो बाद ही पिया सीगा, पर ਅਸੀਂ ਮੰਨੇ नहीं। पर ਜਦੋਂ नतीजे सामने आए फिर भी खेती मार ਜਾਂ बहुत सारे ਜਿਹੜੇ ਵਿਗਿਆਨਕ ਸੀ, बहुत ਸਾਰੀਆਂ NGO ਸੀ, ਉਹਨਾਂ ਨੇ ਵੀ ਕਿਹਾ ਕਿ ਬਈ ਹਟ ਜਾਓ, पर ਅਸੀਂ ਹਟੇ नहीं। ਅੱਜ ਇੱਕ ਹੋਰ ਖੋਜ ਸਾਹਮਣੇ ਆ ਚੁੱਕੀ ਹੈ कि ਜਿਹੜੀ खेती ਵਿੱਚ ਅਸੀਂ ਜ਼ਹਿਰਾਂ ਛਿੜਕ ਰਹੇ ਹਾਂ ਉਹ ਫੇਫੜਿਆਂ ਦਾ ਕੈਂਸਰ ਬਣਾ ਰਹੀਆਂ ਨੇ ਕਿਸਾਨਾਂ ਨੂੰ ਵੀ ਤੇ ਆਮ ਲੋਕ ਵੀ ਜਿਹੜੇ ਉਹਦੇ ਸੰਪਰਕ ਵਿੱਚ ਆਉਂਦੇ ਆ ਜਾਂ ਫਿਰ ਜਿਹੜੀਆਂ ਉਸ ਖੇਤ ਦੀਆਂ ਪੈਦਾਵਾਰਾਂ ਨੂੰ ਵਰਤਦੇ ਆ। ਜਿਹੜਾ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਿਹੜੀ ਅਸੀਂ ਖੇਤਾਂ ਦੇ ਵਿੱਚ ਰੇ ਸਪਰੇ ਕਰਦੇ ਆ ਉਹ ਸਾਨੂੰ ਹੁਣ ਫੇਫੜਿਆਂ ਦੀਆਂ ਬਿਮਾਰੀਆਂ ਦੇ ਰਹੀ ਹੈ, ਕੈਂਸਰ ਦੇ ਰਹੀ ਹੈ। क्योंकि ये रौला होने का नहीं, ग्रीन रेवोल्यूशन की वजह करके असी देश नूं रजा दिता, पर वो बजाने असी पंजाब ने असी पंजाबियां ने बहुत सारिया बीमारियां सहेड़ लईयां। वो नहीं जानते कि पंजाब ने जिहड़ी की बली दिती है इस मामले विच कि देश नूं तां रजा दिता, पर पंजाब जिहड़ा आ वो इहो जिहे बिखड़े राहां दे उत्ते पै गया जिथे होर ਜਿਹੜੀ ਅਸੀਂ ਤਲਾਂਜਲੀ ਦਿੱਤੀ ਚੀਜ਼ਾਂ ਦੀ, ਜਿੱਥੇ ਹੋਰ ਘਾਟੇ ਪਏ, ਚਾਹੇ ਉਹ ਪਾਣੀ ਦਾ, ਚਾਹੇ ਉਹ ਸਾਨੂੰ ਜ਼ਰਖੇਜ਼ ਜ਼ਮੀਨ ਜਿਹੜੀ ਸਾਡੀ ਆ ਉਹ ਜ਼ਹਿਰਾਂ ਵਾਲੀ ਹੋ ਗਈ ਆ, ਉੱਥੇ ਹੀ ਸਿਹਤ ਵੀ ਤੰਦਰੁਸਤ ਨਹੀਂ ਰਹੀ। ਅਨੇਕਾਂ ਬਿਮਾਰੀਆਂ ਪੰਜਾਬੀਆਂ ਨੂੰ ਲੱਗੀਆਂ ਹੋਈਆਂ ਆ। ਰੌਲਾ ਬੜੇ ਸਾਲਾਂ ਦਾ ਪੈਂਦਾ ਆ ਰਿਹਾ। ਔਰ ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ ਦੋਸਤੋ, ਦੇਸੀ ਖੇਤੀ ਦੀ ਗੱਲ ਕਰਦੇ ਹਾਂ, ਤੇ ਸਾਡੇ ਜਿਹੜੇ ਬਹੁਤ ਸਾਰੇ ਲੋਕ ਸੀ ਔਰ ਕਿਸਾਨ ਭਾਈਚਾਰਾ ਸੀ ਖਾਸ ਤੌਰ 'ਤੇ, ਉਹ ਮੰਨਣ ਦਾ ਨਾਂ ਨਹੀਂ ਸੀ ਲੈਂਦਾ ਗਾ। मेरा खुद का तजर्बा बतौर खेती वाले परिवार विचों संबंधित होने करके भी है, तो इस तो पहला काफ़ी जिहड़ा रहा मीडिया तो हट के जिहड़ा काम NGO सैक्टर विच करन दा सीगा, उस करके मेरे खुद दियां ये गल्लां हड्ड बीतियां होईयां आ। और जदों बतौर मैं पंजाबी ट्रिब्यून दे विच कालम नवीस सीगा, मैं इन्हां मुद्दिआं दे बारे उत्थे चर्चा छेड़दा रहा, क्योंकि मैं जमीनी हकीकत लोकां नूं जाके मिलदा रहा हाँ और लोगों ये कहता रहा। हालांकि मैं जो कहता सी बाई जैविक खेती वाले पासे आ जाओ, देसी रे स्प्रे वरत लो, तो वो मेरे मूँह वाल इंज वेखते सी मैं पता नहीं किहड़ी उपरी गल कह दी है कि जिहड़ी उन्होंने ऐ लगता सी कि बड़ी अजीब आ। तो उदों मैनू भी महसूस होंदा सीगा भी इन्हां नूं पंजाबियां नूं समझाउणा बड़ा औखा आ। पिंड पिंड जा के मैनू इस तरीके उन्हां लोकां नूं समझाउणा पैंदा सीगा, पर कई मन गए कई नहीं मन्ने। जिहड़े नहीं मन्ने अज भी वो खमियाजा भुगत रहे हैं कि जिहड़ियां रेहां स्प्रेयां ਜ਼ਹਿਰਾਂ आ ना तो वो खेतीबाड़ी यूनीवर्सिटी हल करदी आ। खेतीबाड़ी यूनीवर्सिटी ਅਤੇ एग्रीकल्चर यूनीवर्सिटी ਦੇ ਵੱਲੋਂ जिस तरीके ਦੀਆਂ प्रिकॉशन हदायतां ਦਿੱਤੀਆਂ ਜਾਂਦੀਆਂ ਨੇ ਉਹਦੇ ਵਿੱਚ ਅਕਸਰ ਪੈਸਟੀਸਾਈਡ ਹੁੰਦਾ ਆ, ਉਹਦੇ ਵਿੱਚ ਅਕਸਰ ਖਾਦਾਂ ਹੁੰਦੀਆਂ ਆ। ਦੇਸੀ ਵਾਲੇ ਪਾਸੇ ਤੋਂ ਉਹ ਵੀ ਨਹੀਂ ਕੁਝ ਦੱਸ ਰਹੇਗੇ, ਔਰ ਜਿੰਨਾ ਕੁ ਦੱਸ ਰਹੇ ਉਹ ਆਟੇ 'ਚ ਲੂਣ ਦੇ ਬਰਾਬਰ ਆ। ਪਹਿਲਾਂ ਤਾਂ ਆਪਾਂ ਉਸ ਖਬਰ ਤੇ ਆਉਂਦੇ ਆ ਜਿਸ ਖਬਰ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਆ। ਫਸਲਾਂ ਵਿੱਚ ਵਰਤੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ ਬਣਦੀਆਂ ਨੇ ਫੇਫੜਿਆਂ ਦੇ ਕੈਂਸਰ ਦਾ ਕਾਰਨ। ਤੇ ਇਹ ਜਿਹੜੇ ਖੋਜਕਾਰ ਨੇ ਜਨਾਬ ਜੀ, ਇਹਨਾਂ ਨੇ ਇਹ ਤੱਥ ਪੱਟ ਕੇ ਸਾਹਮਣੇ ਲਿਆਂਦੇ ਆ ਕਿ ਕਿਸਾਨਾਂ ਦੇ ਵੱਲੋਂ ਜਿਹੜੇ ਪੈਸਟੀਸਾਈਡ ਵਰਤੇ ਜਾਂਦੇ ਆ, ਇਨਸੈਕਟੀਸਾਈਡ ਵਰਤੇ ਜਾਂਦੇ ਆ, ਕੀਟ ਪਤੰਗਿਆਂ ਨੂੰ ਮਾਰਨ ਵਾਲੇ ਹਨ, ਪੈਸਟੀਸਾਈਡ ਵਰਤੇ ਜਾਂਦੇ ਆ, ਹੋਰ ਬਿਮਾਰੀਆਂ ਜਿਹੜੀਆਂ ਫਸਲਾਂ ਨੂੰ ਲੱਗਦੀਆਂ ਉਹਦੇ ਵਾਸਤੇ, ਤਾਂ ਇਹ ਸਿਰਫ ਕਿਸਾਨਾਂ ਦੇ ਨਹੀਂ ਸਗੋਂ ਆਮ ਜਨਤਾ ਦੇ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਰਿਹਾ। ਉਹ ਵੀ ਦੱਸਾਂਗੇ ਵੀ ਕਿਵੇਂ। ਇਹ ਖਤਰਨਾਕ ਨਤੀਜੇ ਡਾਕਟਰ ਇਕਬਾਲ ਸਿੰਘ ਜਿਹੜੇ ਨੇ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇੰਸਟੀਚਿਊਟ ਆਫ ਸਕਾਲਰ ਦਾ ਰਿਸਰਚ ਐਕਸੀਲੈਂਸ ਅਵਾਰਡ ਮਿਲਿਆ ਹੋਇਆ, ਜਿਹੜੇ ਇੱਥੇ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਤਾਇਨਾਤ ਨੇ। ਤੇ ਉਹਨਾਂ ਦੀ ਇਹ ਖੋਜ ਹੈ, ਉਹ ਖੋਜ ਦੇ ਵਿੱਚ ਡਾਕਟਰ ਇਕਬਾਲ ਸਿੰਘ ਜਿਹੜੇ ਸੀਗੇ ਉਹਨਾਂ ਨੇ ਉਹ ਤੱਥ ਕੱਢ ਕੇ ਲਿਆਂਦੇ ਆ, ਉਹਨਾਂ ਲੋਕਾਂ ਨੂੰ ਮਿਲੇ ਆ, ਤੇ ਇਸ ਕਰਕੇ ਉਹਨਾਂ ਨੇ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਅੱਜ ਕੀ ਸਥਿਤੀ ਇਹਨਾਂ ਜ਼ਹਿਰਾਂ ਦੀ ਵਜ੍ਹਾ ਕਰਕੇ ਬਣ ਰਹੀ ਹੈ। ਤੇ ਡਾਕਟਰ ਇਕਬਾਲ ਸਿੰਘ ਜਿਹੜੇ ਨੇ ਉਹਨਾਂ ਦਾ ਫਿਜ਼ੀਓਲੋਜੀ ਡਿਪਾਰਟਮੈਂਟ ਦੇ ਅਸਿਸਟੈਂਟ ਪ੍ਰੋਫੈਸਰ ਨੇ, ਤੇ ਉਹਨਾਂ ਨੇ ਆਪਣੀ ਖੋਜ ਦਾ ਕੇਂਦਰ ਜੋ ਬਣਾਇਆ ਆ ਉਹ ਪਟਿਆਲਾ ਦੇ ਆਲੇ ਦੁਆਲੇ ਦੇ 40 ਪਿੰਡ ਲਏ ਆ। ਇਸ ਵਿੱਚ ਉਹ ਦੋ ਤਰ੍ਹਾਂ ਦੇ ਉਹਨਾਂ ਨੇ ਕਿਸਾਨ ਜਿਹੜੇ ਸੀਗੇ ਉਹ ਸ਼ਾਮਲ ਕੀਤੇ ਆ। ਇੱਕ ਉਹ ਕਿਸਾਨ ਨੇ ਜੋ ਆਰਗੈਨਿਕ ਤਰੀਕੇ ਭਾਵ ਜੈਵਿਕ ਖੇਤੀ ਜਿਹਨੂੰ ਅਸੀਂ ਦੇਸੀ ਖੇਤੀ ਕਹਿੰਦੇ ਆ,
ਉਸ ਤਰੀਕੇ ਨਾਲ ਖੇਤੀ ਕਰਦੇ ਨੇ ਤੇ ਦੂਜੇ ਉਹ ਕਿਸਾਨ ਨੇ ਜੋ ਫਸਲਾਂ ਵਿੱਚ ਜ਼ਹਿਰੀਲੀਆਂ ਦਵਾਈਆਂ ਵਰਤ ਕੇ ਖੇਤੀ ਕਰਦੇ ਨੇ। ਡਾਕਟਰ ਇਕਬਾਲ ਨੇ ਕਿਸਾਨਾਂ ਦੇ ਟੈਸਟ ਕੀਤੇ, ਜਿਸ ਵਿੱਚ ਇਹ ਪਾਇਆ ਗਿਆ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਫੇਫੜਿਆਂ ਨੂੰ ਕੋਈ ਨੁਕਸਾਨ ਨਹੀਂ ਸੀ, ਪਰ ਜ਼ਹਿਰੀਲੀਆਂ ਦਵਾਈਆਂ ਵਰਤ ਕੇ ਖੇਤੀ ਕਰਨ ਵਾਲੇ 90% ਕਿਸਾਨਾਂ ਦੇ ਫੇਫੜੇ ਖਰਾਬ ਸਪਸ਼ਟ ਹੋ ਗਏ ਨੇ, ਵੀ ਉਹ ਖਰਾਬ ਹੋ ਚੁੱਕੇ ਆ। ਉਹਨਾਂ ਵਿੱਚ ਬਲਗਮ ਹੈ, ਖਾਂਸੀ ਤੇ ਫੇਫੜਿਆਂ ਦੀਆਂ ਕਈ ਬਿਮਾਰੀਆਂ ਪਾਈਆਂ ਗਈਆਂ ਨੇ। ਇਸ ਵਿੱਚ ਇਹ ਵੀ ਸਪਸ਼ਟ ਹੋਇਆ ਹੈ ਕਿ ਫੇਫੜਿਆਂ ਦੀ ਇਨਫੈਕਸ਼ਨ ਕੈਂਸਰ ਦਾ ਕਾਰਨ ਬਣ ਰਹੀ ਹੈ। ਡਾਕਟਰ ਇਕਬਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਖੋਜਿਆ ਕਿ ਕਿਸਾਨ ਆਮ ਤੌਰ ਦੇ ਉੱਤੇ ਸਲਫਰ, ਇੰਡੋਸਲਫਾਨ, ਮੋਨੋਸਿਲ, ਮੈਕਨੋਜੇਬ ਅਤੇ ਇਸ ਸਮੇਤ 234 ਦਵਾਈਆਂ ਯਾਨੀ ਕਿ ਜ਼ਹਿਰਾਂ ਵਰਤ ਰਹੇ ਆ। ਹੁਣ ਅਸੀਂ ਕਹਿ ਕੇ ਤਾਂ ਦਵਾਈ ਆ, ਲੈਣ ਜਾਂਦੇ ਆ ਤਾਂ ਦਵਾਈ ਹੈ, ਕਦੇ ਅਸੀਂ ਇਹ ਤਾਂ ਨਹੀਂ ਕਹਿ ਕੇ ਮੰਗਿਆ ਦੁਕਾਨਦਾਰ ਕੋਲ, ਆੜ੍ਹਤੀਏ ਕੋਲ, ਲਾਲੇ ਕੋਲੋਂ ਵੀ ਜਲਾਲਾ ਸਾਨੂੰ ਦੇ, ਤੂੰ ਜ਼ਹਿਰ ਦੇ, ਹੈ ਨਾ। ਜ਼ਹਿਰ ਕਹਿ ਕੇ ਕਦੇ ਵੀ ਨਹੀਂ ਮੰਗਦੇ, ਜਦੋਂ ਕਿ ਜ਼ਾਹਿਰ ਤੌਰ ਦੇ ਉੱਤੇ ਆ ਉਹ ਮਨੁੱਖੀ ਜਾਨਾਂ ਵਾਸਤੇ ਘਾਤਕ ਹੈ, ਉਹ ਜੀਵ ਜੰਤੂਆਂ ਵਾਸਤੇ ਘਾਤਕ ਹੈ, ਉਹ ਮਿੱਟੀ 'ਚ ਪਲਮਦੇ ਜਿਹੜੇ ਬਹੁਤ ਸਾਰੇ ਸੂਖਮ ਜੀਵ ਜੰਤੂ ਆ, ਬੈਕਟੀਰੀਆ ਆ, ਉਹਦੇ ਵਾਸਤੇ ਵੀ ਉਹ ਘਾਤਕ ਹੈ। ਪਰ ਦੱਸੇ ਕੌਣ? ਕਿਉਂਕਿ ਅਸੀਂ ਤਾਂ ਬੜਾ ਹੁੱਬ ਕੇ ਤਕਰੀਬਨ ਜਿਹੜਾ ਕਿਸਾਨ ਭਾਈਚਾਰਾ ਆ, ਖੁਦ ਅਸੀਂ ਦੇਖਦੇ ਹਾਂ, ਮੈਂ ਖੁਦ ਇੱਕ ਕਿਸਾਨ ਪਰਿਵਾਰ ਵਿੱਚੋਂ ਹੋਣ ਦੇ ਨਾਤੇ ਜਦੋਂ ਆਪਣੇ ਹੀ ਪਰਿਵਾਰਾਂ ਨੂੰ, ਆਪਣੇ ਹੀ ਰਿਸ਼ਤੇਦਾਰਾਂ ਨੂੰ, ਜਿਵੇਂ ਆਮ ਪੰਜਾਬੀਆਂ ਦਾ ਸੁਭਾਅ ਹੁੰਦਾ ਆ ਕਿ ਆਪਾਂ ਕਹਿ ਦਿੰਦੇ ਵੀ ਬਾਈ ਤੁਸੀਂ ਆਹ ਕੁਛ ਨਾ ਕਰੋ। ਮੈਂ ਬਹੁਤ ਵਾਰੀ ਉਹਨਾਂ ਨੂੰ ਟੋਕਿਆ, ਵਰਜਿਆ, ਪਰ ਉਹ ਕਹਿੰਦੇ ਆ ਉਹ ਕਾਕਾ ਤੈਨੂੰ ਕੀ ਪਤਾ ਆ, ਸਾਨੂੰ ਪਤਾ ਆ, ਅਸੀਂ ਤਜਰਬੇ ਵਾਲੇ ਆ, ਤੁਸੀਂ ਤਾਂ ਹੁਣ ਸ਼ਹਿਰ ਰਹਿਣ ਲੱਗ ਗਏ, ਤੁਹਾਨੂੰ ਹੁਣ ਕੀ ਪਤਾ ਲੱਗਦਾ, ਹੁਣ ਤੁਸੀਂ ਪਿੰਡਾਂ ਦੇ ਵਿੱਚ ਜੋ ਸਾਡੇ ਹਾਲਾਤ ਬਣਦੇ ਆ ਸਾਨੂੰ ਪਤਾ ਕਿਹੜੀਆਂ ਕਿਹੜੀਆਂ ਔਖਾਈਆਂ ਆਉਂਦੀਆਂ। ਹੁਣ ਜਿਹੜੀ ਖੁਆਈਆਂ ਵਾਲੀ ਗੱਲ ਹੈ ਉਹਦੇ ਵਿੱਚ ਕੁਛ ਤਾਂ ਐਂ ਆ ਵੀ ਚਲੋ ਕੋਈ ਨਹੀਂ, ਜਾਣ ਦਿਓ, ਸਾਨੂੰ ਕੀ ਹੈ, ਜੋ ਮਰਜ਼ੀ ਕਰੀ ਜਾਣ। ਕਈ ਵਾਰੀ ਇਹ ਹੁੰਦਾ ਕਿ ਉਹ ਵਾਕਿਆ ਹੀ ਚਿੰਤਾ ਦੇ ਨਾਲ ਸੋਚਦੇ ਆ, ਜਿਹੜੇ ਆਰਗੈਨਿਕ ਫਾਰਮਿੰਗ ਵਾਲੇ ਪਾਸੇ ਆ ਗਏ ਉਹ ਚਿੰਤਾ ਨਾਲ ਸੋਚਦੇ, ਉਹਨਾਂ ਨੂੰ ਚਿੰਤਾ ਹੈ ਉਹ ਤਾਂ ਆ ਗਏ ਆ। ਜਿਨ੍ਹਾਂ ਨੂੰ ਚਿੰਤਾ ਕੋਈ ਨਹੀਂ, ਆਉਂਦੇ ਖਾਏ ਖਸਮਾਂ ਨੂੰ, ਤੇ ਜਿਹੜੇ ਖਾਏ ਖਸਮਾਂ ਨੂੰ ਵਾਲੇ ਆ ਉਹ ਪਾਈ ਜਾਂਦੇ, ਉਹ ਚੱਲੀ ਜਾਂਦੇ। ਜਦੋਂ ਵੀ ਕਿਸਾਨ, ਡਾਕਟਰ ਇਕਬਾਲ ਹੋਰਾਂ ਦਾ ਕਹਿਣਾ ਹੈ ਕਿ ਇਹ ਦਵਾਈਆਂ ਵਰਤਦੇ ਨੇ ਤਾਂ ਹਵਾ ਰਾਹੀਂ ਕਿਸਾਨਾਂ ਦੇ ਫੇਫੜਿਆਂ ਵਿੱਚ ਉਸ ਦਾ ਨੁਕਸਾਨ ਹੁੰਦਾ ਆ। ਉਹਨੇ ਕਿਹਾ ਕਿ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਦੇ ਜਿਹੜੇ ਫੇਫੜੇ ਨੇ ਉਹ ਸੁਰੱਖਿਅਤ ਹੋ ਰਹੇ ਨੇ, ਤੇ ਉਹਨਾਂ ਸਲਾਹ ਦਿੱਤੀ ਹੈ ਕਿ ਆਰਗੈਨਿਕ ਖੇਤੀ ਕਰਨ ਵਿੱਚ ਕਿਸਾਨ ਜਿਹੜੇ ਆ ਜਦੋਂ ਸਪਰੇਅ ਕਰਨੀ ਹੈ ਨਾ, ਨਿੰਮ ਨਾਲ ਬਣੀ ਓਜ਼ੋਨੀਮ ਤ੍ਰਿਸ਼ੂਲ ਨਾਮ ਦੀ ਜਿਹੜੀ ਦਵਾਈ ਹੈ ਉਹ ਵਰਤ ਸਕਦੇ ਆ, ਜਿਸ ਦਾ ਇਨਸਾਨੀ ਸਰੀਰ ਦੇ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਪਰ ਇਸ ਦਾ ਕਾਫੀ ਗਹਿਰਾ ਪ੍ਰਭਾਵ ਫਸਲ ਉੱਤੇ ਜ਼ਰੂਰ ਪੈਂਦਾ ਆ। ਹੁਣ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਜ਼ਹਿਰੀਲੀਆਂ ਦਵਾਈਆਂ ਨਾਲ ਆਮ ਲੋਕਾਂ ਦੇ ਫੇਫੜੇ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ। ਉਹਨੇ ਕਿਹਾ ਕਿ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਜ਼ਮੀਨ 'ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ, ਜਿਸ ਦਾ ਪੂਰਾ ਡਾਟਾ ਜਿਓਲੋਜੀ ਵਿਭਾਗ ਵਾਲੇ ਮਾਹਰ ਜਿਹੜੇ ਨੇ ਉਹਨਾਂ ਦੇ ਕੋਲੋਂ ਵੀ ਇਹ ਪਤਾ ਲੱਗ ਸਕਦਾ ਹੈ। ਅੱਜ ਇਨਸਾਨ ਆਪਣੀ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਦੇ ਅੱਗੇ ਵੀ ਜ਼ਹਿਰ ਦੇ ਛੱਟੇ ਦੇ ਰਿਹਾ ਹੈ। ਅਸੀਂ ਦੇਖਿਆ ਹੈ ਨਾ, ਅਸੀਂ ਖੇਤਾਂ 'ਚ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ, ਉਦੋਂ ਪਹਿਲਾਂ ਤਾਂ ਰੂੜੀ ਦੀ ਰੇਹ ਹੀ ਪਾਉਂਦੇ ਸੀਗੇ, ਉਦੋਂ ਪਹਿਲਾਂ ਤਾਂ ਅਸੀਂ ਦੇਸੀ ਰੇਹ ਸਪਰੇਅ, ਕਦੇ ਗਾਂ ਦੇ ਜਾਂ ਮੱਝ ਦੇ ਜਿਹੜਾ ਪਿਸ਼ਾਬ ਸੀਗਾ ਉਹ ਤੋਂ ਅਸੀਂ ਬਣਾ ਲੈਂਦੇ ਸੀਗੇ, ਕੋਈ ਅੱਕ ਤੋਂ ਬਣਾ ਲੈਂਦੇ ਸੀਗੇ, ਕੁਛ ਜਿਹੜੀ ਨਿੰਮ ਸੀ ਉਹ ਤੋਂ ਬਣਾ ਲੈਂਦੇ ਸੀਗੇ, ਕੋਈ ਡੇਕਾਂ ਧਰੇਕਾਂ ਕੌੜੀਆਂ ਹੁੰਦੀਆਂ ਸੀ ਉਹ ਤੋਂ ਬਣਾ ਲੈਂਦੇ ਸੀ, ਧਤੂਰੇ ਤੋਂ ਬਣਾ ਲੈਂਦੇ ਸੀਗੇ, ਭੰਗ ਤੋਂ ਬਣਾ ਲੈਂਦੇ ਸੀ। ਇਹਨਾਂ ਦੇ ਜਿਹੜੇ ਰਸ ਸੀਗੇ ਉਹ ਕੱਢੇ ਜਾਂਦੇ ਸੀਗੇ, ਇਹਨਾਂ ਤੋਂ ਦਵਾਈ ਜਿਹੜੀ ਸੀ ਉਹ ਤਿਆਰ ਕੀਤੀ ਜਾਂਦੀ ਸੀ। ਔਰ ਇੱਕ ਸਿਫਤ ਵਾਲੀ ਗੱਲ ਸੀ ਜਿਹੜੀ ਖੋਜੀ ਮਾਹਰਾਂ ਦੇ ਨਾਲ ਰਹਿ ਕੇ ਮੈਨੂੰ ਵੀ ਪਤਾ ਲੱਗੀ ਕਿ ਜਦੋਂ ਅਸੀਂ ਇੱਕ ਦੁਸ਼ਮਣ ਕੀੜੇ ਨੂੰ ਮਾਰਦੇ ਹਾਂ ਉਹਦੇ ਨਾਲ ਕਈ ਜਿਹੜੇ ਮਿੱਤਰ ਕੀੜੇ ਮਾਰੇ ਜਾਂਦੇ ਆ। ਜਦੋਂ ਕਿ ਹੁੰਦਾ ਕੀ ਸੀਗਾ ਕਿ ਸਾਡੇ ਜਿਹੜੇ ਮਿੱਤਰ ਜੀਵ ਜੰਤੂ ਵੀ ਇਹਦੇ ਕਰਕੇ ਕਾਫੀ ਉਹਨਾਂ ਦਾ ਨੁਕਸਾਨ ਹੋਇਆ ਆ। ਜਦੋਂ ਕਿ ਹੁਣ ਅਸੀਂ ਦੇਸੀ ਸਪਰੇਅ ਕਰਦੇ ਸੀ, ਦੇਸੀ ਸਪਰੇਅ ਦੀ ਸਿਫਤ ਇਹ ਸੀਗੀ ਕਿ ਉਹਨੇ ਸਿਰਫ ਤੇ ਸਿਰਫ ਦੁਸ਼ਮਣ ਕੀੜਿਆਂ ਉੱਤੇ ਹੱਲਾ ਕਰਨਾ ਆ। ਜਿਹੜੇ ਮਿੱਤਰ ਕੀੜੇ, ਦੇਖੋ ਕੁਦਰਤ ਨਾਲ ਕਿਵੇਂ ਜੁੜੀ ਹੋਈ, ਕਿਵੇਂ ਤੰਦ ਜੁੜੇ ਹੋਏ ਆ, ਕੁਦਰਤ ਨੂੰ ਕੁਦਰਤ ਦੇ ਸੁਭਾਅ ਦਾ ਪਤਾ ਆ। ਇਸ ਕਰਕੇ ਉਹ ਜਿਹੜਾ ਆ ਉਸ ਤਰ੍ਹਾਂ ਦੇ ਜਿਹੜੇ ਮਿੱਤਰ ਕੀੜੇ ਆ, ਮਿੱਤਰ ਕੀਟ ਹੈ, ਉਹਨਾਂ ਨੂੰ ਸਾਡੀ ਦੇਸੀ ਸਪਰੇਅ ਵੀ ਖਰਾਬ ਨਹੀਂ ਕਰਦੀ, ਉਹ ਮਾਰੂਗੀ। ਤੇ ਜੇ ਘਾਤਕ ਹੋਊਗੀ ਤਾਂ ਉਹ ਦੁਸ਼ਮਣ ਕੀਟਾਂ ਵਾਸਤੇ ਹੀ ਹੈ।
ਅੱਜ ਜੋ ਸਥਿਤੀ ਬਣ ਰਹੀ ਹੈ, ਵੱਧ ਰਹੀ ਆਲਮੀ ਤਪਸ਼ ਤੇ ਪਾਣੀ ਦੀ ਕਿੱਲਤ ਵਿੱਚ ਇਸ ਵਿਚਾਰੇ ਬਣ ਚੁੱਕੇ ਆਲਮ ਨੂੰ ਆਪਣੇ ਵਿੱਚ ਸਮਾਉਣ ਲਈ ਹਰ ਪਲ ਕਾਹਲੀਆਂ ਨੇ। ਅੱਜ ਦੀ ਜ਼ਹਿਰ ਦੀ ਵਧੇਰੇ ਵਰਤੋਂ ਵਾਲੇ ਖੇਤੀ ਮਨੁੱਖ ਦੀ ਸਿਹਤਮੰਦ ਵਿਵਸਥਾ ਨੂੰ ਵਿਗਾੜ ਰਹੀ ਹੈ। ਅੱਜ ਦੀ ਅਰਥ ਵਿਵਸਥਾ ਦਾ ਜਿਹੜਾ ਮੋਢਣ ਹੈ ਉਹ ਖੇਤੀ ਹੈ, ਜੋ ਕਿ ਸਮੁੱਚੇ ਮਨੁੱਖੀ ਜੀਵਨ ਦੀ ਚੁਫੇਰਿਓਂ ਘੇਰਿਆਬੰਦੀ ਕਰਦੀ ਹੈ। ਉਦਯੋਗ ਆਪਣੇ ਆਪ ਵਿੱਚ ਸੁਤੰਤਰ ਇਕਾਈ ਮੰਨਣ ਦਾ ਦਾਅਵਾ ਕਰਨ ਦੀ ਗੁਸਤਾਖੀ ਨਹੀਂ ਕਰ ਸਕਦਾ ਗਾ, ਕਿਉਂਕਿ ਕੱਚਾ ਮਾਲ ਤਾਂ ਖੇਤੀਬਾੜੀ ਹੀ ਜਟਾਉਂਦੀ ਹੈ। ਰਸੋਈ ਵਿੱਚ ਪੱਕਦੀ ਰੋਟੀ ਤੋਂ ਲੈ ਕੇ ਤਨ 'ਤੇ ਪਹਿਨਿਆ ਜਾਣ ਵਾਲਾ ਕੱਪੜਾ ਅਤੇ ਰਹਿਣ ਲਈ ਘਰ ਆਦਿ ਦੀਆਂ ਮੁੱਢਲੀਆਂ ਲੋੜਾਂ ਖੇਤੀ ਪ੍ਰਦਾਨ ਕਰਦੀ ਹੈ। ਹੁਣ ਫਿਕਰ ਅਤੇ ਮਨ ਨੂੰ ਅਸ਼ਾਂਤ ਕਰਨ ਵਾਲਾ ਸਵਾਲ ਤਾਂ ਇਹ ਪੈਦਾ ਹੁੰਦਾ ਆ ਕਿ ਇਹ ਅਨਾਜ ਅਤੇ ਮਨੁੱਖੀ ਜੀਵਨ ਲਈ ਉਦਯੋਗਾਂ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਹੀ ਜੇ ਜ਼ਹਿਰ ਨਾਲ ਲੁਪਤ ਹੋਇਆ ਹੋਵੇ ਤਾਂ ਮਨੁੱਖ ਦੀ ਹੋਂਦ ਦਾ ਹਸ਼ਰ ਕੀ ਹੋਊਗਾ। ਇਹ ਰਹੱਸ ਕੋਈ ਬਹੁਤਾ ਡੂੰਘਾ ਜਾਂ ਪੇਚੀਦਾ ਨਹੀਂ। ਅੱਜ ਹਰ ਕਿਸੇ ਨਾ ਕਿਸੇ ਬਿਮਾਰੀ ਨਾਲ ਹਰੇਕ ਮਨੁੱਖ ਅੱਜ ਦਾ ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਦੇ ਵਿੱਚ ਗਰਸਿਆ ਹੋਇਆ। ਡਾਕਟਰਾਂ ਦੇ ਕੋਲ ਤੁਰੇ ਜਾਂਦੇ ਆ, ਹਸਪਤਾਲਾਂ ਦੇ ਹਸਪਤਾਲ ਭਰੇ ਪਏ ਆ, ਲੋਕ ਦਾਖਲ ਆ। ਤੁਸੀਂ ਕਦੇ ਉਹਨਾਂ ਥਾਵਾਂ 'ਤੇ ਜਾ ਕੇ ਦੇਖੋ, ਘਰਾਂ 'ਚ ਜਾ ਕੇ ਦੇਖੋ ਤੇ ਹਰੇਕ ਦੇ ਸਿਰਹਾਣੇ ਥੱਬਾ ਥੱਬਾ ਦਵਾਈਆਂ ਦਾ ਪਿਆ। ਟੱਬਰ ਦਾ ਕੋਈ ਜੀ ਵੀ ਇਹੋ ਜਿਹਾ ਨੀਗਾ ਜਿਹੜਾ ਹਰੇਕ ਹਫ਼ਤੇ ਕੋਈ ਨਾ ਕੋਈ ਜਾਂ ਹਰੇਕ ਦਿਨ ਕੋਈ ਨਾ ਕੋਈ ਦਵਾਈ ਜਿਹੜੀ ਆ ਉਹ ਨਾ ਖਾਂਦਾ ਹੋਵੇ। ਇਹ ਸਥਿਤੀ ਬਣੀ ਔਰ ਸਮਝ ਨਹੀਂ ਆਉਂਦੀ। ਅਸੀਂ ਡਾਕਟਰਾਂ ਕੋਲ ਜਾਂਦੇ ਆ, ਬਹੁਤ ਵਾਰੀ ਡਾਕਟਰਾਂ ਨੂੰ ਸਮਝ ਨਹੀਂ ਆਉਂਦੀ ਤੇ ਬਿਮਾਰੀਆਂ ਕਿੱਥੇ ਆ। ਸਾਰੀ ਗੱਲ ਸਾਡੇ ਖਾਣ ਪੀਣ ਦੇ ਨਾਲ ਜੁੜੀ ਹੋਈ ਹੈ। ਗੱਲ ਉੱਥੋਂ ਨਿਕਲਦੀ ਹੈ, ਬਿਮਾਰੀ ਉੱਥੋਂ ਨਿਕਲਦੀ ਹੈ, ਸੂਤ ਅਸੀਂ ਨਹੀਂ ਆਉਂਦੇ ਪਏ। ਤਾਂ ਇਸੇ ਤਰ੍ਹਾਂ ਹੀ ਹੁਣ ਜਿਹੜੀ ਇਹਨਾਂ ਜ਼ਹਿਰਾਂ ਦੇ ਬਾਰੇ ਗੱਲ ਆਈ ਹੈ ਕਿ ਸਾਡੇ ਫੇਫੜਿਆਂ ਦਾ ਨੁਕਸਾਨ ਕਰਦੇ ਪਏ ਆ। ਮੈਡੀਕਲ ਕਾਲਜ ਪਟਿਆਲਾ ਦੇ ਡਾਕਟਰ ਇਕਬਾਲ ਹੋਰਾਂ ਦੀ ਰਿਪੋਰਟ ਹੈ ਤਾਂ ਰਸਾਇਣਿਕ ਖਾਦ ਵਰਗਾ ਦੂਜਾ ਮਾਰੂ ਤੱਤ ਜਿਹੜਾ ਆ ਕੀਟਨਾਸ਼ਕ ਜ਼ਹਿਰਾਂ ਨੇ ਲੋੜ ਤੋਂ ਵੱਧ ਅਤੇ ਮਾਹਰਾਂ ਵੱਲੋਂ ਸਿਫਾਰਿਸ਼ ਨਾ ਕੀਤੀਆਂ ਕੀਟਨਾਸ਼ਕ ਦਵਾਈਆਂ ਕੀਟਾਂ ਨੂੰ ਨਹੀਂ ਬਲਕਿ ਜ਼ਮੀਨ ਦੇ ਉਪਜਾਊ ਤੱਤਾਂ ਨੂੰ ਖਤਮ ਕਰ ਰਹੀਆਂ ਨੇ। ਇਹ ਕੀਟਨਾਸ਼ਕ ਜ਼ਹਿਰਾਂ ਨਾ ਸਿਰਫ ਖੇਤੀ ਪੈਦਾਵਾਰ ਬਲਕਿ ਇਹ ਅਨਾਜ ਅਤੇ ਚਾਰਾ ਜੋ ਵੀ ਇਨਸਾਨ ਅਤੇ ਪਸ਼ੂ ਖਾਂਦੇ ਨੇ ਉਹਦੇ ਉੱਤੇ ਵੀ ਮਾੜਾ ਅਸਰ ਪਾਉਂਦੀ ਹੈ। ਬੜੇ ਸਾਲਾਂ ਤੋਂ ਗੱਲਾਂ ਅਸੀਂ ਵੀ ਕਰਦੇ ਆ ਰਹੇ ਹਾਂ ਔਰ ਚਰਚਾ ਛਿੜੀ ਆ, ਪਰ ਅਸੀਂ ਲੋਕ ਬਾਜ਼ ਨਹੀਂ ਆਉਂਦੇਗੇ। ਗੱਲ ਇੱਥੇ ਬਸ ਨਹੀਂ। ਸਾਡੇ ਦੇਸ਼ ਦੇ ਵਪਾਰੀ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਨੇ। ਸਮੁੱਚੇ ਵਿਸ਼ਵ ਦੇ ਵਿੱਚ ਜੇ ਉਹਦੇ ਨਾਲ ਅਸੀਂ ਆਪਦਾ ਮੁਲਾਂਕਣ ਕਰੀਏ ਤਾਂ ਪ੍ਰਤੀ ਏਕੜ 250 ਗ੍ਰਾਮ ਕੀਟਨਾਸ਼ਕ ਦੀ ਸਿਫਾਰਿਸ਼ ਹੈ ਪੂਰੇ ਵਿਸ਼ਵ ਦੇ ਵਿੱਚ। ਹੈਰਾਨੀ ਵਾਲੀ ਗੱਲ ਹੈ, ਪਰ ਸਾਡੇ ਮੁਲਕ ਦੇ ਵਿੱਚ ਇਹ ਮਾਤਰਾ 1000 ਗ੍ਰਾਮ ਭਾਵ ਪ੍ਰਤੀ ਏਕੜ 1 ਕਿਲੋ ਆ। 1 ਲੀਟਰ ਸਪਰੇਅ ਜਿਹੜੀ ਕਿੱਲੇ ਨੂੰ ਜਿਹੜੀ ਆ ਉਹ ਕੀਤੀ ਜਾਂਦੀ ਹੈ। ਔਰ ਮੈਂ ਦੱਸਣਾ ਚਾਹੂੰਗਾ ਕਿ ਨਰਮਾ ਕਪਾਹ ਦੀ ਜਿਹੜੀ ਬੈਲਟ, ਮਾਲਵਾ ਬੈਲਟ, ਜਿਹਨੂੰ ਬਠਿੰਡਾ ਜ਼ਿਲ੍ਹਾ ਅਤੇ ਮਾਨਸਾ ਸੰਗਰੂਰ, ਇਹ ਸਾਰੇ ਜਿਹੜੇ ਜ਼ਿਲ੍ਹੇ ਆ, ਇੱਥੇ ਇੱਕ ਸਰਵੇ 2002-03 ਦੇ ਜ਼ਮਾਨੇ ਵਿੱਚ ਹੋਇਆ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਸੈਂਟਰ ਫॉर ਸਾਇੰਸ ਐਂਡ ਇਨਵਾਇਰਨਮੈਂਟ ਨੇ ਇਹ ਸਰਵੇ ਕਰਵਾਇਆ 2 ਇਲਾਕਿਆਂ 'ਚ। ਅਨੰਦਪੁਰ ਸਾਹਿਬ ਜਿਹੜਾ ਕਿ ਰੋਪੜ ਦੇ ਵਿੱਚ ਬਲਾਕ ਆਉਂਦਾ ਹੈ ਤੇ ਇੱਧਰ ਤਲਵੰਡੀ ਸਾਬੋ ਤੇ ਮਾਲਵੇ ਦੇ ਵਿੱਚ। ਜਦੋਂ ਸਪਰੇਅ ਜਿਹੜੀਆਂ ਜ਼ਹਿਰਾਂ ਛਿੜਕੀਆਂ ਜਾਂਦੀਆਂ ਉਹਨਾਂ ਦੇ ਅੰਕੜੇ ਸਾਹਮਣੇ ਆਏ ਤਾਂ ਇੱਕ ਵਾਰੀ ਸੁਣ ਕੇ ਹੈਰਾਨ ਰਹਿ ਗਏ, ਕਿਉਂਕਿ ਬਾਕੀ ਪੰਜਾਬ ਜਿਹੜਾ ਆ ਜਾਂ ਅਨੰਦਪੁਰ ਸਾਹਿਬ ਆ, ਜੇ ਉੱਧਰ 1 ਏਕੜ ਦੇ ਵਿੱਚ 1 ਸਾਲ ਦੇ ਵਿੱਚ ਅੱਧਾ ਲੀਟਰ ਦਵਾਈ ਯਾਨੀ ਕਿ ਜ਼ਹਿਰ ਜਿਹੜੀ ਆ ਉਹਦੀ ਸਪਰੇਅ ਕੀਤੀ ਜਾਂਦੀ ਸੀ, ਤੇ ਜਿਹੜਾ ਮਾਲਵਾ ਬੈਲਟ ਆ, ਮਾਲਵਾ ਬੈਲਟ 1 ਸਾਲ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਕਿ ਇੰਨੀ ਕੁ ਜ਼ਿਆਦਾ 1 ਲੀਟਰ ਤੋਂ ਲੈ ਕੇ 16 ਲੀਟਰ ਤੱਕ ਹਾਈਐਸਟ ਕੰਜੰਪਸ਼ਨ ਸੀ ਉਹਨਾਂ ਦੀ, ਜਿਹੜੀ ਉਹ ਸਪਰੇਅ ਕਰਦੇ ਪਏ ਸੀ। ਤੇ ਫਿਰ ਉਹ ਬਿਮਾਰੀਆਂ 'ਚ ਤਾਂ ਹੁਣ ਬੀਕਾਨੇਰ ਵੀ ਤਾਂ ਉਹੀ ਜਾਂਦੇ ਆ, ਉਸ ਇਲਾਕੇ 'ਚ ਸਪਰੇਅ ਆ ਕੀਤੀ ਗਈ ਇੰਨੀ ਜ਼ਿਆਦਾ ਕਿ ਮਨੁੱਖਾਂ ਦੇ ਉੱਤੇ ਉਹ ਭਾਰੀ ਪੈ ਗਈ ਆ, ਜੀਵ ਜੰਤੂਆਂ ਪਸ਼ੂਆਂ ਉੱਤੇ ਭਾਰੀ ਪੈ ਗਈ ਆ। ਇਸ ਦੇ ਬਾਵਜੂਦ ਯੂਨੀਵਰਸਿਟੀਆਂ ਜਿਹੜੀਆਂ ਆਪਣੀਆਂ ਹਦਾਇਤਾਂ ਕਰਦੇ, ਤੁਸੀਂ ਕਿਸੇ ਵੀ ਯੂਨੀਵਰਸਿਟੀ ਦੇ ਮਾਹਰ ਦੀ ਕੋਈ ਰਿਪੋਰਟ ਕਿਤੇ ਛਪੀ ਵੇਖ ਲਓ ਤੇ ਉਹ ਜੇ ਤੁਸੀਂ ਫਸਲਾਂ ਬੀਜਣ ਬਾਰੇ ਦੱਸੋਗੇ ਤੇ ਉਹ ਦੱਸਣਗੇ ਜੀ ਫਲਾਣੇ ਜ਼ਹਿਰ ਦਾ ਫਲਾਣਾ ਘੋਲ ਪਾ ਲਓ। ਤੇ ਕਿਸਾਨ ਕੀ ਕਰਨ? ਕਿਸਾਨਾਂ ਨੂੰ ਜਦੋਂ ਦੇਸੀ ਦੱਸ ਹੀ ਨਹੀਂ ਰਹੇਗੇ ਤੇ ਆਖਰ ਉਹ ਮਰਨ ਤਾਂ ਜਾਂ ਬਿਮਾਰੀਆਂ 'ਚ ਨਾ ਫਸਣ ਤੇ ਫਿਰ ਹੋਊਗਾ ਕੀ? ਇਹ ਸਥਿਤੀ ਬਣੀ ਆ। ਤਾਂ ਕਿਸਾਨ ਜਿਹੜੇ ਆ, ਇਹ ਜਿਹੜੇ ਡੀਲਰ ਵੀ ਉਹਨਾਂ ਨੂੰ ਭਰਮਾ ਲੈਂਦੇ ਆ ਤੇ ਦਵਾਈ ਵਰਤਣ ਲਈ ਆਪਦੀ ਜਾਲ 'ਚ ਫਸਾਉਂਦੇ ਆ ਤੇ ਬੜੀਆਂ ਮਿੱਠੀਆਂ ਮਾਰਨਗੇ ਜੀ ਬਹੁਤ ਚੰਗੀ ਆ, ਲੈ ਜਾਓ ਜੀ ਬਾਈ ਜੀ, ਬਹੁਤ ਕਮਾਲ ਆ, ਤੁਸੀਂ ਵੇਖਿਓ, ਤੁਸੀਂ ਰਿਜ਼ਲਟ ਵੇਖਿਓ, ਫਿਰ ਨਾ ਰਿਜ਼ਲਟ ਆਵੇ ਤੁਸੀਂ ਮੇਰੀ ਦੁਕਾਨ 'ਤੇ ਸਿੱਟ ਜਾਓ। ਹੁਣ ਮੇਰੇ ਵਰਗਾ ਵੀ ਉੱਥੇ ਅੱਕਾ ਥੱਕਿਆ ਜਾਊਗਾ
ਤੇ ਉਹ ਕੀ ਕਰੂਗਾ, ਉਹਨੂੰ ਵਿਸ਼ਵਾਸ ਤਾਂ ਆਊਗਾ ਵੀ ਲਾਲਾ ਜੀ ਸਹੀ ਕਹਿੰਦੇ ਆ। ਹੁਣ ਇਹ ਲਾਲਾ ਜੀ ਨੇ ਜਿਹੜੀ ਗੱਲ ਸਹੀ ਕਹਿਤੀ ਆ, ਹੁਣ ਲਾਲੇ ਦੀ ਜੋ ਸਥਿਤੀ ਬਣੀ ਉਹ ਤਾਂ ਇਹ ਆ ਵੀ ਇੱਕ ਛੋਟੀ ਜਿਹੀ ਦੁਕਾਨੜੀ ਦੇ ਵਿੱਚ ਪੂਰੇ ਜੱਟਾਂ ਨੂੰ ਜਿਹੜਾ ਹੈਗਾ ਉਹ ਬੈਠਾ ਮੂਰਖ ਬਣਾਈ ਜਾਂਦਾ ਹੈਗਾ, ਤੇ ਜੱਟ ਜਿਹੜੇ ਆ ਇੰਨੀਆਂ ਜ਼ਮੀਨਾਂ ਭੋਏ ਦੇ ਮਾਲਕ ਹੋ ਕੇ ਵੀ ਉਹ 'ਤੇ ਵਿਸ਼ਵਾਸ ਕਰਦੇ, ਤੇ ਇਹਦੇ ਵਿੱਚ ਯੂਨੀਵਰਸਿਟੀ ਦੇ ਜਿਹੜੇ ਮਾਹਰ ਉਹ ਕਿੱਥੇ ਖੜ੍ਹਦੇ ਆ ਕੇ। ਇਹ ਵੀ ਗੱਲਾਂ ਜਿਹੜੀਆਂ ਆ ਉਹ ਵਾਕਈ ਸਵਾਲ ਖੜੇ ਕਰਦੀਆਂ ਆ। ਤੇ ਕਿਸਾਨ ਜਿਵੇਂ ਇਹ ਦਵਾਈ ਖਰੀਦਦਾ ਆ, ਕਈ ਡੀਲਰ ਤਾਂ ਮਿਆਦ ਪੁੱਗ ਚੁੱਕੀਆਂ ਦਵਾਈਆਂ ਵੀ ਵੇਚ ਦਿੰਦੇ ਆ। ਬਹੁਤੇ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਖੇਤੀਬਾੜੀ ਮਹਿਕਮੇ ਦੀ ਸਿਫਾਰਿਸ਼ ਨਾਲ ਸਰਕਾਰ ਨੇ ਕਿਹੜੇ ਕੀਟਨਾਸ਼ਕਾਂ ਉੱਤੇ ਮੁਕੰਮਲ ਪਾਬੰਦੀ ਲਗਾਈ ਆ। ਗਿਆਨ ਪੂਰਾ ਨਾ ਹੋਣ ਕਾਰਨ ਕਿਸਾਨ ਇਹਨਾਂ ਲਾਭਕਾਰੀ ਨੀਤੀਆਂ ਦਾ ਫਾਇਦਾ ਨਹੀਂ ਲੈ ਸਕਦੇ। ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਨਾਲ ਜਿੱਥੇ ਪ੍ਰਦੂਸ਼ਣ ਵੱਧਦਾ ਆ, ਉੱਥੇ ਹੀ ਕਿਸਾਨ ਦੀ ਆਰਥਿਕਤਾ ਨੂੰ ਵੀ ਵੱਡਾ ਖੋਰਾ ਲਾਉਂਦੀਆਂ ਨੇ। ਖੇਤਾਂ ਵਿੱਚ ਲੋੜ ਤੋਂ ਜ਼ਿਆਦਾ ਵਰਤੀ ਗਈ ਜ਼ਹਿਰ ਦਾ ਮਨੁੱਖੀ ਸਿਹਤ 'ਤੇ ਬਹੁਤ ਮਾੜਾ ਅਸਰ ਪਿਆ। ਹੁਣ ਨਤੀਜੇ ਸਾਹਮਣੇ ਆਉਣੇ ਲੱਗ ਪਏ ਆ। ਇਸ ਅਣਗਹਿਲੀ ਦਾ ਅੰਜਾਮ ਜਿਹੜਾ ਅਸੀਂ ਭੁਗਤ ਰਹੇ ਹਾਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਭੁਗਤਣਗੀਆਂ ਤੇ ਬਹੁਤ ਸਖਤ ਭੁਗਤਾਂਗੇ। ਜ਼ਮੀਨ ਦੀ ਉਪਜਾਊ ਸ਼ਕਤੀ ਗਈ, ਲੋੜੀਂਦੇ ਤੱਤ ਗਏ, ਪਰ ਇਸ ਤੋਂ ਵੀ ਅਸੀਂ ਕੋਈ ਸਬਕ ਨਹੀਂ ਸਿੱਖਿਆ। ਅੱਜ ਅਸੀਂ ਵਿਗਿਆਨਕ ਢੰਗ ਨਾਲ ਖੇਤੀ ਕਰਨੀ ਸ਼ੁਰੂ ਨਹੀਂ ਕੀਤੀ, ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ ਜਿੱਥੇ ਪਹਿਲਾਂ ਖੜੇ ਸੀਗੇ। ਸਿਆਣੇ ਕਹਿੰਦੇ ਨੇ ਕਿ ਜਦੋਂ ਜਾਗੋ ਉਦੋਂ ਸਵੇਰਾ, ਤੇ ਸੂਝਵਾਨ ਇਸ ਸਿਧਾਂਤ ਨੂੰ ਪੱਲੇ ਬੰਨ੍ਹਦੇ ਨੇ। ਕਹਿਣ ਮਾਤਰ ਜਾਂ ਸੁਣਨ ਨਾਲ ਗਿਆਨ ਕਦੇ ਵਫਾ ਨਹੀਂ ਕਰਦਾ। ਜੇ ਅਸੀਂ ਉਹਨੂੰ ਆਤਮਸਾਤ ਹੀ ਨਹੀਂ ਕੀਤਾ, ਅੰਦਰ ਲਾਇਆ ਹੀ ਨਹੀਂ, ਲਾਜ਼ਮੀ ਹੈ ਕਿ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ। ਹੁਣ ਡਾਕਟਰ ਇਕਬਾਲ ਦੀ ਹੁਣ ਅਖੀਰ ਤੇ ਗੱਲ ਕਰਕੇ ਮੈਂ ਨਿਬੇੜਦਾ ਹਾਂ ਕਿ ਸਲਾਹ ਉਹਨਾਂ ਨੇ ਇਹ ਦਿੱਤੀ ਹੈ ਕਿ ਕਿਸਾਨਾਂ ਦਾ ਖੂਨ ਨਿਯਮਿਤ ਰੂਪ ਵਿੱਚ ਚੈੱਕ ਹੁੰਦਾ ਰਹੇ। ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਦਵਾਈ ਛਿੜਕਾਅ ਵਾਲੇ ਖੇਤ ਦੇ ਉੱਤੇ ਲਿਖ ਕੇ ਤਖਤੀ ਲਾਉਣੀ ਚਾਹੀਦੀ ਹੈ, ਤਾਂ ਕਿ ਆਮ ਲੋਕ ਉਸ ਪਾਸੇ ਜਾਣ ਲੱਗੇ, ਆਪਣਾ ਬਚਾਅ ਰੱਖ ਸਕਣ। ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਆ, ਤਾਂ ਕਿ ਭਿਆਨਕ ਬਿਮਾਰੀਆਂ ਤੋਂ ਸਾਡਾ ਸੂਬਾ ਜਿਹੜਾ ਆ ਉਹ ਬਚ ਸਕੇ, ਸਾਡੇ ਪੰਜਾਬ ਦੇ ਲੋਕ ਬਚ ਸਕਣ। ਸੋ ਫਿਲਹਾਲ ਹੁਣ ਦੇਖਣਾ ਇਹ ਹੋਊਗਾ ਕਿ ਅਸੀਂ ਹੁਣ ਵੀ ਜਾਗਰੂਕ ਹੁੰਦੇ ਹਾਂ, ਹੁਣ ਵੀ ਅੱਖਾਂ ਖੋਲ੍ਹਦੇ ਹਾਂ, ਜਾਂ ਫਿਰ ਇਸੇ ਤਰ੍ਹਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਰਹਾਂਗੇ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 ਵੇ TV।